ਹੈਲੋ ਸਟੂਡੈਂਟਸ ਸੀਬੀਸੀ ਇੰਸਟੀਚਿਊਟ ਦੇ ਇਸ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਮੋਹਿਤ ਢਿੰਗਰਾ। ਤਾਂ ਆਪਾਂ ਡਿਸਕਸ ਕਰ ਰਹੇ ਸੀ ਸਾਇੰਸ ਦੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੂੰ, ਤੇ ਅੱਜ ਆਪਾਂ ਡਿਸਕਸ ਕਰਾਂਗੇ ਇਹਦਾ ਪਾਰਟ 7 ਪਾਰਟ 6 ਤੱਕ ਆਪਾਂ ਕਵਰ ਕਰ ਚੁੱਕੇ ਹਾਂ। ਤੇ ਅੱਜ ਦਾ ਆਪਣਾ ਫਸਟ ਕੁਐਸਚਨ ਦੇਖਦੇ ਹਾਂ। ਹੂ ਡਿਸਕਵਰਡ ਦਾ ਲਾਅ ਆਫ ਇਲਾਸਟੀਸਿਟੀ? ਕਿਹੜੇ ਸਾਇੰਟਿਸਟ ਹੈ ਜਿਨ੍ਹਾਂ ਨੇ ਲਾਅ ਆਫ ਇਲਾਸਟੀਸਿਟੀ ਨੂੰ ਡਿਸਕਵਰ ਕੀਤਾ? ਲਾਅ ਆਫ ਇਲਾਸਟੀਸਿਟੀ ਕੀ ਹੈ ਜੀ? ਦੇਖੋ, ਇਲਾਸਟਿਕ ਚੀਜ਼ਾਂ ਆਪਾਂ ਸਮਝਦੇ ਹਾਂ। ਇਲਾਸਟਿਕਸਿਟੀ ਦਾ ਇਸ 'ਚੋਂ ਇਹ ਮਤਲਬ ਹੈ ਜੀ, ਜਿੰਨਾ ਜ਼ਿਆਦਾ ਕਿਸੇ ਚੀਜ਼ 'ਤੇ ਆਪਾਂ ਸਟ੍ਰੈਸ ਲਗਾਵਾਂਗੇ ਓਨਾ ਜ਼ਿਆਦਾ ਕਿਸੇ ਚੀਜ਼ 'ਤੇ ਸਟ੍ਰੇਨ ਆਊਗਾ। ਯਾਨੀ ਕਿ ਲਾਅ ਆਫ ਇਲਾਸਟੀਸਿਟੀ ਹੈ, ਸਟ੍ਰੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ। ਸਟ੍ਰੈਸ ਆਪਾਂ ਸਿੰਪਲੀ ਇਹ ਸਮਝ ਸਕਦੇ ਹਾਂ ਵੀ ਜਿੰਨਾ ਆਪਾਂ ਪ੍ਰੈਸ਼ਰ ਲਗਾਉਂਦੇ ਹਾਂ। ਸਟ੍ਰੇਨ ਆਪਾਂ ਸਿੰਪਲੀ ਇਹ ਸਮਝ ਸਕਦੇ ਹਾਂ ਵੀ ਜਦੋਂ ਕਿਸੇ ਚੀਜ਼ 'ਤੇ ਆਪਾਂ ਪ੍ਰੈਸ਼ਰ ਲਗਾਉਂਦੇ ਹਾਂ ਉਹਦੇ ਨਾਲ ਉਹਦੀ ਡਾਇਮੈਂਸ਼ਨਸ, ਯਾਨੀ ਕਿ ਉਹਦੇ ਲੈਂਥ, ਬ੍ਰੈਡਥ, ਹਾਈਟ, ਉਹਦੇ ਵੋਲਿਊਮ ਕਿਸੇ ਚੀਜ਼ 'ਤੇ ਕਿੰਨਾ ਚੇਂਜ ਆਉਂਦਾ। ਤਾਂ ਜਿੰਨਾ ਆਪਾਂ ਕਿਸੇ ਚੀਜ਼ 'ਤੇ ਸਟ੍ਰੈਸ ਲਗਾਵਾਂਗੇ ਉਨਾ ਹੀ ਉਸ ਚੀਜ਼ 'ਤੇ ਸਟ੍ਰੇਨ ਆਊਗਾ। ਸਿੰਪਲੀ ਨੂੰ ਬੋਲਾਂਗੇ ਸਟ੍ਰੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ। ਤਾਂ ਇਹ ਸੀਗਾ ਜੀ ਲਾਅ ਆਫ ਇਲਾਸਟੀਸਿਟੀ। ਅਤੇ ਇਹਨੂੰ ਦੱਸਿਆ ਕਿੰਨੇ ਸੀ? ਇਹਨੂੰ ਦੱਸਿਆ ਸਭ ਤੋਂ ਪਹਿਲਾਂ ਰੋਬਰਟ ਹੁੱਕ ਨੇ। ਤਾਂ ਇਹਦਾ ਆਨਸਰ ਹੋ ਜਾਊਗਾ ਜੀ ਇਹ ਆਪਸ਼ਨ, ਰੋਬਰਟ ਹੁੱਕ। ਇਸ ਕਰਕੇ ਲਾਅ ਆਫ ਇਲਾਸਟੀਸਿਟੀ ਨੂੰ ਹੋਰ ਕੀ ਬੋਲਿਆ ਜਾਂਦਾ ਹੈ? ਇਹਨੂੰ ਹੁੱਕਸ ਲਾਅ ਵੀ ਬੋਲਿਆ ਜਾਂਦਾ ਹੈ। ਤਾਂ ਐਗਜ਼ਾਮ 'ਚ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ, ਵਟ ਇਜ਼ ਹੁੱਕਸ ਲਾਅ? ਤਾਂ ਹੁੱਕਸ ਲਾਅ 'ਤੇ ਵੀ ਆਪਾਂ ਇਹੀ ਡੈਫੀਨੇਸ਼ਨ ਦੇਣੀ ਹੈ, ਸਟ੍ਰੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ। ਠੀਕ ਹੈ, ਤੈਨੂੰ ਲਾਅ ਆਫ ਇਲਾਸਟੀਸਿਟੀ ਬੋਲਿਆ ਜਾਂਦਾ ਹੈ। ਰੋਬਰਟ ਹੁੱਕ ਦੇ ਨਾਮ ਤੋਂ ਇਹਦਾ ਆਪਾਂ ਨਾਮ ਰੱਖਿਆ ਹੁੱਕਸ ਲਾਅ। ਅਗਲੇ ਆਪਸ਼ਨਸ ਵੀ ਦੇਖ ਲੈਂਦੇ। ਜਿਵੇਂ ਸੀ ਆਪਸ਼ਨ ਇਹਦੇ 'ਚੋਂ ਇੰਪੋਰਟੈਂਟ ਹੈ, ਅਲੈਗਜ਼ੈਂਡਰਾ ਵੋਲਟਾ। ਅਲੈਗਜ਼ੈਂਡਰਾ ਵੋਲਟਾ 'ਤੇ ਤੁਹਾਨੂੰ ਇਹ ਕੁਐਸਚਨ ਆ ਸਕਦਾ ਵੀ ਇਹਨਾਂ ਨੇ ਕੀ ਡਿਸਕਵਰ ਕੀਤਾ ਸੀ? ਇਲੈਕਟ੍ਰਿਕ ਬੈਟਰੀ। ਅਤੇ ਇਲੈਕਟ੍ਰਿਕ ਬੈਟਰੀ ਨੂੰ ਸਭ ਤੋਂ ਪਹਿਲਾਂ ਕਿਹਨੇ ਡਿਸਕਵਰ ਕੀਤਾ? ਅਲੈਗਜ਼ੈਂਡਰਾ ਵੋਲਟਾ ਨੇ। ਚਲਦੇ ਜੀ ਅੱਜ ਦੇ ਆਪਣੇ ਨੈਕਸਟ ਕੁਐਸਚਨ 'ਤੇ। ਸੈਕਿੰਡ ਕੁਐਸਚਨ ਹੈ 1 horse ਪਾਵਰ ਇਜ਼ ਇਕੁਅਲ ਟੂ। ਦੇਖੋ, ਪਾਵਰ ਆਪਾਂ ਪੜ੍ਹਿਆ ਸੀ, ਪਾਵਰ ਦੇ ਆਪਾਂ ਯੂਨਿਟਸ ਯਾਦ ਕੀਤੇ ਸੀ। ਪਾਵਰ ਦੀ ਯੂਨਿਟ ਕੀ ਹੈ? ਵਾਟ। ਉਸੇ ਤਰੀਕੇ ਨਾਲ ਪਾਵਰ ਦੀ ਇੱਕ ਹੋਰ ਯੂਨਿਟ ਵੀ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ? ਹੋਰਸ ਪਾਵਰ। ਤਾਂ ਇੱਕ ਹੋਰਸ ਪਾਵਰ ਕਿਹਦੇ ਬਰਾਬਰ ਹੁੰਦਾ? ਕਿੰਨੇ ਵਾਟਸ ਦੇ ਬਰਾਬਰ ਹੁੰਦਾ? ਵੈਰੀ ਇੰਪੋਰਟੈਂਟ ਕੁਐਸਚਨ ਹੈ। ਸੈਕਿੰਡ ਆਪਸ਼ਨ 746 ਵਾਟਸ। ਇਹ ਕਨਵਰਜਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਕ ਹੋਰਸ ਪਾਵਰ 746 ਵਾਟਸ ਦੇ ਬਰਾਬਰ ਹੁੰਦਾ। ਆਪਾਂ ਸੁਣੀ ਹੈ ਜੀ, ਜਿਹੜੇ ਆਪਣੇ ਆਟੋਮੋਬਾਈਲਸ ਦੇ ਇੰਜਨਸ ਹੁੰਦੇ ਆ ਉਹਨਾਂ ਨੂੰ ਹੋਰਸ ਪਾਵਰ ਦੇ ਵਿੱਚ ਮੈਜ਼ਰ ਕੀਤਾ ਜਾਂਦਾ। ਥਰਡ ਕੁਐਸਚਨ ਆਪਣਾ, ਹਾਰਡਨੈਸ ਆਫ ਵਾਟਰ, ਰੀਵਰ ਵਾਟਰ ਇਜ਼ ਬਿਕੋਜ਼ ਇਟ ਕੰਟੇਨਸ। ਦੇਖੋ, ਰੀਵਰ ਵਾਟਰ ਦੀ ਹਾਰਡਨੈਸ ਕਿਸ ਚੀਜ਼ ਕਰਕੇ ਹੁੰਦੀ ਹੈ? ਕੁਐਸਚਨ ਹੈ। ਹਾਰਡਨੈਸ ਦਾ ਮਤਲਬ ਇਹ ਹੈ ਵੀ ਉਹ ਪਾਣੀ ਥੋੜ੍ਹਾ ਖਾਰਾ ਹੋ ਜਾਂਦਾ, ਯਾਨੀ ਕਿ ਉਸ ਪਾਣੀ ਦੇ ਵਿੱਚ ਜਦੋਂ ਆਪਾਂ ਉਹਨੂੰ ਕੱਪੜੇ ਵਾਸ਼ਿੰਗ ਲਈ ਯੂਜ਼ ਕਰਦੇ ਹਾਂ, ਬਾਥਿੰਗ ਲਈ ਯੂਜ਼ ਕਰਦੇ ਹਾਂ, ਉਹ ਪਾਣੀ ਦੇ ਨਾਲ ਝਾਗ ਨਹੀਂ ਬਣਾਉਂਦਾ, ਲੈਦਰ ਨਹੀਂ ਬਣਾਉਂਦਾ। ਤਾਂ ਜਦੋਂ ਉੱਦਾਂ ਦਾ ਵਾਟਰ ਜੋ ਪਾਣੀ ਨਾਲ ਝਾਗ ਨਾ ਬਣਾਵੇ ਉਹਨੂੰ ਆਪਾਂ ਹਾਰਡ ਵਾਟਰ ਬੋਲਦੇ ਹਾਂ। ਤਾਂ ਕਹਿੰਦੇ ਰੀਵਰ ਵਾਟਰ ਹਾਰਡ ਕਿਉਂ ਹੁੰਦਾ? ਇਹਦਾ ਸੈਕਿੰਡ ਆਪਸ਼ਨ ਆਨਸਰ ਹੈ ਜੀ, ਬਿਕੋਜ਼ ਇਹਦੇ ਵਿੱਚ ਕੀ ਹੁੰਦਾ? ਸੋਲਟਸ ਆਫ ਕੈਲਸ਼ੀਅਮ ਐਂਡ ਮੈਗਨੀਸ਼ੀਅਮ। ਯਾਨੀ ਕਿ ਉਹਦੇ ਵਿੱਚ ਇੱਕ ਤਾਂ ਕੈਲਸ਼ੀਅਮ ਕਾਰਬੋਨੇਟ ਆ ਜਾਂਦਾ ਹੈ, ਦੂਸਰਾ ਉਹਦੇ ਵਿੱਚ ਕੀ ਆ ਜਾਂਦਾ? ਮੈਗਨੀਸ਼ੀਅਮ ਕਾਰਬੋਨੇਟ। ਤਾਂ ਕੈਲਸ਼ੀਅਮ ਕਾਰਬੋਨੇਟ ਅਤੇ ਮੈਗਨੀਸ਼ੀਅਮ ਕਾਰਬੋਨੇਟਸ ਆਉਣ ਕਰਕੇ ਪਾਣੀ ਹਾਰਡ ਹੋ ਜਾਂਦਾ। ਅਤੇ ਹਾਰਡ ਦਾ ਮਤਲਬ ਇਹ ਹੈ ਵੀ ਉਹ ਪਾਣੀ ਦੇ ਨਾਲ ਲੈਦਰ ਨਹੀਂ ਬਣਾਉਂਦਾ, ਝਾਗ ਨਹੀਂ ਬਣਾਉਂਦਾ। ਝਾਗ ਨੂੰ ਇੰਗਲਿਸ਼ 'ਚ ਬੋਲਿਆ ਜਾਂਦਾ ਜੀ ਲੈਦਰ। ਇਹ ਵੀ ਯਾਦ ਰੱਖਣਾ, LATHER। ਤਾਂ ਅਗਲੀ ਆਪਸ਼ਨ 'ਤੇ ਚੱਲ ਪੈਂਦੇ। ਜਿਵੇਂ ਫਸਟ ਆਪਸ਼ਨ ਦੇਖੋ ਕੀ ਹੈ, ਸੋਡੀਅਮ ਕਲੋਰਾਈਡ। ਸੋਡੀਅਮ ਕਲੋਰਾਈਡ ਕਾਫੀ ਇੰਪੋਰਟੈਂਟ ਹੈ। ਸੋਡੀਅਮ ਕਲੋਰਾਈਡ ਆਪਾਂ ਨਮਕ ਨੂੰ ਬੋਲਦੇ ਹਾਂ। ਜੋ ਆਪਾਂ ਨਮਕ ਖਾਂਦੇ ਹਾਂ ਉਹ ਬੇਸਿਕਲੀ ਕੀ ਹੁੰਦਾ? ਸੋਡੀਅਮ ਕਲੋਰਾਈਡ। ਸੋਡੀਅਮ ਦਾ ਸਿੰਬਲ ਹੁੰਦਾ ਜੀ Na, ਕਲੋਰਾਈਡ ਦਾ ਸਿੰਬਲ ਹੁੰਦਾ ਜੀ Cl। ਤਾਂ ਨਮਕ ਦਾ ਸਿੰਪਲ ਫਾਰਮੂਲਾ ਕੀ ਹੈ? NaCl। ਤਾਂ ਨਮਕ ਨੂੰ ਦੇਖੋ ਆਮ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਨਮਕ ਬੋਲਦੇ ਹਾਂ, ਅਤੇ ਦੂਸਰਾ ਇਹਦਾ ਹੋਰ ਨਾਮ ਕੀ, ਇਹਨੂੰ ਰੋਕ ਸਾਲਟ ਵੀ ਬੋਲਿਆ ਜਾਂਦਾ। ਨਮਕ ਇਜ਼ ਆਲਸੋ ਕਾਲਡ ਰੋਕ ਸਾਲਟ। ਤੀਸਰਾ ਇਹਨੂੰ ਟੇਬਲ ਸਾਲਟ ਵੀ ਬੋਲਿਆ ਜਾਂਦਾ, ਟੇਬਲ ਸਾਲਟ। ਇਹ ਵੀ ਯਾਦ ਰੱਖਣਾ ਹੈ। ਨਮਕ, ਸੋਡੀਅਮ ਕਲੋਰਾਈਡ, ਰੋਕ ਸਾਲਟ, ਟੇਬਲ ਸਾਲਟ, ਇਹ ਸਾਰੀ ਚੀਜ਼ਾਂ ਨਮਕ ਦੇ ਨਾਮ ਨੇ। ਚਲਦੇ ਜੀ ਆਪਣੇ ਨੈਕਸਟ ਕੁਐਸਚਨ 'ਤੇ। ਫੋਰਥ ਕੁਐਸਚਨ ਹੈ ਵਟ ਇਜ਼ ਪੋਲੀਗ੍ਰਾਫ? ਪੋਲੀਗ੍ਰਾਫ ਕੀ ਚੀਜ਼ ਹੈ? ਤਾਂ ਪੋਲੀਗ੍ਰਾਫ ਸਭ ਤੋਂ ਪਹਿਲਾਂ ਆਪਾਂ ਯਾਦ ਰੱਖਣਾ ਇੱਕ ਇੰਸਟਰੂਮੈਂਟ ਹੈ। ਕਿਹੜਾ ਇੰਸਟਰੂਮੈਂਟ ਹੈ? ਇਹ ਕੀ ਚੀਜ਼ ਨੂੰ ਮੈਜ਼ਰ ਕਰਦਾ ਹੈ? ਇਹਦਾ ਏ ਆਪਸ਼ਨ ਆਨਸਰ ਹੈ ਜੀ ਲਾਈ ਡਿਟੈਕਟਰ। ਦੇਖੋ ਇੱਥੇ ਗਲਤੀ ਨਾਲ F ਲਿਖਿਆ ਗਿਆ, F ਨੂੰ ਆਪਾਂ ਕੱਟ ਦਾਂਗੇ, ਇੱਥੇ ਆਪਾਂ ਲਾਈ ਕਰ ਲਾਂਗੇ। ਲਾਈ ਦਾ ਮਤਲਬ ਕੀ ਹੁੰਦਾ? ਝੂਠ। ਤਾਂ ਜਦੋਂ ਕਿਸੇ ਇਨਸਾਨ ਦਾ ਝੂਠ ਪਕੜਨਾ ਹੋਵੇ, ਚੈੱਕ ਕਰਨਾ ਹੋਵੇ ਕੋਈ ਇਨਸਾਨ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ, ਉਹਦੇ ਲਈ ਇੱਕ ਉਹਦਾ ਟੈਸਟ ਹੁੰਦਾ, ਉਹਨੂੰ ਆਪਾਂ ਪੋਲੀਗ੍ਰਾਫ ਟੈਸਟ ਬੋਲਦੇ ਹਾਂ। ਇਹ ਪਹਿਲਾਂ ਕਾਫੀ ਪੋਲੀਟੀਸ਼ੀਅਨਸ ਵਗੈਰਾ 'ਤੇ ਕੀਤਾ ਜਾਂਦਾ ਸੀ, ਪਰ ਹੁਣ ਇਹ ਜ਼ਿਆਦਾ ਯੂਜ਼ 'ਚ ਨਹੀਂ ਹੈ। ਤਾਂ ਪੋਲੀਗ੍ਰਾਫ ਟੈਸਟ ਝੂਠ ਪਕੜਨ ਲਈ ਯੂਜ਼ ਕੀਤਾ ਜਾਂਦਾ ਹੈ। ਅਤੇ ਇਹਦੇ ਵਿੱਚ ਹੁੰਦਾ ਕੀ ਹੈ? ਜਦੋਂ ਕੋਈ ਇਨਸਾਨ ਝੂਠ ਬੋਲਦਾ ਤਾਂ ਉਹਦਾ ਬਲੱਡ ਪ੍ਰੈਸ਼ਰ ਦੇ ਵਿੱਚ ਵੇਰੀਏਸ਼ਨਸ ਆਉਂਦੀਆਂ, ਉਹਦੀ ਜਿਹੜੀ ਹਾਰਟ ਰੇਟ ਆ, ਉਹਦੀ ਪਲਸ ਦੇ ਵਿੱਚ ਵੇਰੀਏਸ਼ਨਸ ਆਉਂਦੀਆਂ, ਉਹਦੀ ਰੈਸਪੀਰੇਸ਼ਨ ਦੇ ਵਿੱਚ ਵੇਰੀਏਸ਼ਨ ਆ ਜਾਂਦੀ ਹੈ, ਚੇਂਜਸ ਆ ਜਾਂਦੇ ਆ। ਤਾਂ ਆਪਾਂ ਨੋਰਮਲੀ ਦੇਖੀਏ ਉਹ ਇਨਸਾਨ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਨਹੀਂ ਕਰ ਪਾਉਂਦਾ। ਤਾਂ ਪੋਲੀਗ੍ਰਾਫ ਦੇ ਵਿੱਚ BP, ਪਲਸ, ਰੈਸਪੀਰੇਸ਼ਨਸ, ਇਹਨਾਂ ਚੀਜ਼ਾਂ ਨੂੰ ਨੋਟ ਕੀਤਾ ਜਾਂਦਾ। ਸੀ ਆਪਸ਼ਨ ਦੇ ਵਿੱਚ ਦੇਖੋ ਇੱਕ ਇੰਪੋਰਟੈਂਟ ਵਰਡ ਪਿਆ ECG। ECG ਕਾਫੀ ਇੰਪੋਰਟੈਂਟ ਆ, ਆਪਾਂ ਨੂੰ ਇਹਦੇ ਵਿੱਚ ਫੁੱਲ ਫਾਰਮ ਪੁੱਛੀ ਜਾਂਦੀ ਐਗਜ਼ਾਮ ਦੇ ਵਿੱਚ। ECG ਦੀ ਫੁੱਲ ਫਾਰਮ ਹੈ ਇਲੈਕਟ੍ਰੋ ਕਾਰਡੀਓਗ੍ਰਾਮ।
ਇਲੈਕਟ੍ਰੋਕਾਰਡੀਓਗ੍ਰਾਮ ਇੱਕ ਇੰਸਟਰੂਮੈਂਟ ਹੈ ਜੋ ਕਿਹਦੇ ਨਾਲ ਰਿਲੇਟਡ ਹੈ, ਹਾਰਟ। ਇਹ ਆਪਣੀ ਹਾਰਟ ਦੀ ਪਲਸਿਸ, ਹਾਰਟ ਦੇ ਜਿਹੜੇ ਸਿਗਨਲਸ ਹੈ ਉਹਨਾਂ ਨੂੰ ਮੈਜ਼ਰ ਕਰਦਾ। ਇਲੈਕਟ੍ਰੋਕਾਰਡੀਓਗ੍ਰਾਮ ਵੈਰੀ ਇੰਪੋਰਟੈਂਟ। ECG, ਇਹਨੂੰ ਕਿਸੇ ਨੇ ਇੰਜਨ, ਕਲੱਚ ਅਤੇ ਗੇਅਰ ਨਹੀਂ ਬੋਲਣਾ, ਇਹਨੂੰ ਕੀ ਬੋਲਣਾ ਹੈ, ਇਲੈਕਟ੍ਰੋਕਾਰਡੀਓਗ੍ਰਾਮ। ਵੈਰੀ ਇੰਪੋਰਟੈਂਟ। ਚਲੋ ਚੱਲਦੇ ਜੀ ਆਪਣੇ 5th ਕੁਐਸਚਨ 'ਤੇ। ਇਹ ਬੌਂਬ ਐਕਸਪਲੋਡਸ ਔਨ ਦਾ ਮੂਨ, ਚੰਦਰਮਾ 'ਤੇ ਕਹਿੰਦੇ ਜੇ ਬੰਬ ਫਟ ਜੇ ਯੂ ਵਿਲ ਹੀਅਰ ਇਟਸ ਸਾਊਂਡ ਔਨ ਅਰਥ ਆਫਟਰ, ਕਹਿੰਦੇ ਫਿਰ ਤੁਹਾਨੂੰ ਉਹਦੀ ਜਿਹੜੀ ਸਾਊਂਡ ਹੈ ਉਹ ਧਰਤੀ 'ਤੇ ਕਿੰਨੀ ਦੇਰ ਬਾਅਦ ਸੁਣੂਗੀ। ਇਹਦਾ 4th ਆਪਸ਼ਨ ਆਨਸਰ ਹੈ ਜੀ, ਯੂ ਕੈਨ ਨੋਟ ਹੀਅਰ ਦਾ ਸਾਊਂਡ ਆਫ ਐਕਸਪਲੋਜਨ। ਆਪਾਂ ਨੂੰ ਉਹਦੀ ਸਾਊਂਡ ਸੁਣੂਗੀ ਹੀ ਨਹੀਂ। ਕਿਉਂ ਨਹੀਂ ਸੁਣੂਗੀ? ਬਿਕੋਜ਼ ਇਹਦਾ ਇੱਕ ਸਿੰਪਲ ਜਿਹਾ ਰੀਜ਼ਨ ਹੈ। ਇਹ ਆ ਮੰਨ ਲਓ ਆਪਣਾ ਮੂਨ ਅਤੇ ਇਹ ਆਪਣੀ ਅਰਥ। ਮੂਨ ਅਤੇ ਅਰਥ ਦੇ ਵਿੱਚ ਹਵਾ ਨਹੀਂ ਹੈ ਜੀ, ਹਵਾ, ਏਅਰ ਨਹੀਂ ਹੈ, ਏਅਰ ਨਹੀਂ ਹੈ। ਤਾਂ ਏਅਰ ਨਾ ਹੋਣ ਕਰਕੇ ਕੀ ਹੋਊਗਾ, ਜਿਹੜੀ ਸਾਊਂਡ ਹੈ ਉਹ ਆਪਣੇ ਤੱਕ ਨਹੀਂ ਪਹੁੰਚ ਪਾਊਗੀ। ਯਾਨੀ ਕਿ ਆਪਾਂ ਇਹ ਯਾਦ ਰੱਖਣਾ ਹੈ ਵੀ ਆਪਣੇ ਤੱਕ ਸਾਊਂਡ ਉਦੋਂ ਹੀ ਆਉਂਦੀ ਹੈ ਜਦੋਂ ਵਿੱਚ ਹਵਾ ਹੋਵੇ। ਲੇਕਿਨ ਲਾਈਟ ਆਪਣੇ ਕੋਲ ਆ ਜਾਂਦੀ ਹੈ, ਕਿਉਂ? ਕਿਉਂਕਿ ਲਾਈਟ ਨੂੰ ਅਰਥ ਤੱਕ ਆਉਣ ਲਈ ਏਅਰ ਦੀ ਲੋੜ ਨਹੀਂ ਹੁੰਦੀ, ਲੇਕਿਨ ਸਾਊਂਡ ਨੂੰ ਆਪਣੇ ਤੱਕ ਆਉਣ ਲਈ ਏਅਰ ਦੀ ਜ਼ਰੂਰਤ ਹੁੰਦੀ ਹੈ। ਤਾਂ ਆਪਾਂ ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਹੈ ਜੀ। ਮੂਨ 'ਤੇ ਆਪਾਂ ਨੂੰ ਕੁਐਸਚਨ ਹੋਰ ਬਣ ਸਕਦਾ ਹੈ, ਮੂਨ ਦੀ ਸਟੱਡੀ ਨੂੰ ਕੀ ਬੋਲਿਆ ਜਾਂਦਾ ਹੈ? ਸਟੱਡੀ ਆਫ ਮੂਨ ਇਜ਼ ਨੋਨ ਐਜ਼, ਤਾਂ ਸਟੱਡੀ ਆਫ ਮੂਨ ਇਜ਼ ਨੋਨ ਐਜ਼ ਸੈਲੀਨੋਲੋਜੀ। ਤੀਸਰਾ ਕੁਐਸਚਨ ਆਪਾਂ ਨੂੰ ਇਹ ਬਣ ਸਕਦਾ ਹੈ, ਮੂਨ ਲਾਈਟ ਨੂੰ ਅਰਥ ਤੱਕ ਆਉਣ 'ਤੇ ਕਿੰਨਾ ਟਾਈਮ ਲੱਗ ਜਾਂਦਾ ਹੈ? ਇਹ ਵੀ ਆਪਾਂ ਯਾਦ ਰੱਖਣਾ ਹੈ, 1.2 ਸੈਕਿੰਡਸ। 1.2 ਸੈਕਿੰਡ ਲੱਗ ਜਾਂਦੇ ਆ ਮੂਨ ਲਾਈਟ ਨੂੰ ਅਰਥ ਤੱਕ ਆਉਣ 'ਤੇ। 6th ਕੁਐਸਚਨ ਹੈ, ਹੂ ਇਜ਼ ਨੋਨ ਐਜ਼ ਦਾ ਫਾਦਰ ਆਫ ਮੋਡਰਨ ਮਾਈਕੋਲੋਜੀ। ਇਹਨਾਂ ਦੇ ਵਿੱਚੋਂ ਫਾਦਰ ਆਫ ਮੋਡਰਨ ਮਾਈਕੋਲੋਜੀ ਕੀ ਹੈ? ਮੋਡਰਨ ਦਾ ਤੁਹਾਨੂੰ ਪਤਾ ਹੀ, ਆਧੁਨਿਕ। ਮਾਈਕੋਲੋਜੀ ਦਾ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ। ਮਾਈਕੋਲੋਜੀ ਦਾ ਮਤਲਬ ਹੁੰਦਾ ਹੈ ਸਟੱਡੀ ਆਫ ਫੰਜਾਈ ਜਾਂ ਫਿਰ ਫੰਗਸ। ਫੰਜਾਈ ਜਾਂ ਫੰਗਸ ਕੀ ਹੈ? ਇਹ ਡਿਸੀਜ਼ ਕੋਜ਼ਿੰਗ ਏਜੰਟਸ ਹੈ, ਯਾਨੀ ਕਿ ਜੋ ਬਿਮਾਰੀਆਂ ਨੂੰ ਕ੍ਰੀਏਟ ਕਰਦੇ ਆ। ਤਾਂ ਫੰਗਸ, ਫੰਜਾਈ ਦੀ ਸਟੱਡੀ ਨੂੰ ਮਾਈਕੋਲੋਜੀ ਬੋਲਿਆ ਜਾਂਦਾ ਹੈ। ਅਤੇ ਇਹਦੇ ਫਾਦਰ ਆਪਾਂ ਯਾਦ ਰੱਖਣੇ ਜੀ, ਸੈਕਿੰਡ ਆਪਸ਼ਨ ਇਹਦਾ ਆਨਸਰ ਹੈ ਡੀ ਬੈਰੀ। ਤਾਂ ਡੀ ਬੈਰੀ ਇਜ਼ ਦਾ ਫਾਦਰ ਆਫ ਮਾਡਰਨ ਮਾਈਕੋਲੋਜੀ। ਤਾਂ ਇੰਪੋਰਟੈਂਟ ਕੁਐਸਚਨ ਤੁਹਾਨੂੰ ਇਹ ਵੀ ਆ ਸਕਦਾ, ਮਾਈਕੋਲੋਜੀ ਸਟੱਡੀ ਕੀ ਹੁੰਦੀ ਹੈ? ਫੰਗਸ ਦੀ। ਇਹ ਕੁਐਸਚਨ ਆਪਾਂ ਨੂੰ ਹੋਰ ਬਣ ਸਕਦਾ ਜੇ ਆਪਾਂ ਨੂੰ ਐਗਜ਼ਾਮ 'ਚ ਆ ਜਾਏ ਮਾਇਓਲੋਜੀ। ਮਾਇਓਲੋਜੀ, ਤਾਂ ਮਾਇਓਲੋਜੀ ਇਜ਼ ਦਾ ਸਟੱਡੀ ਆਫ ਮਸਲਸ। ਮਸਲਸ ਦੀ ਸਟੱਡੀ ਨੂੰ ਬੋਲਿਆ ਜਾਂਦਾ ਮਾਇਓਲੋਜੀ, ਅਤੇ ਫੰਗਸ ਦੀ ਸਟੱਡੀ ਨੂੰ ਕੀ ਬੋਲਿਆ ਜਾਂਦਾ? ਮਾਈਕੋਲੋਜੀ। ਚਲੋ ਜੀ, ਨੈਕਸਟ ਕੁਐਸਚਨ ਹੈ 7th ਕੁਐਸਚਨ, ਵਟ ਇਜ਼ ਮਾਇਓਪੀਆ? ਵੈਰੀ ਇੰਪੋਰਟੈਂਟ ਕੁਐਸਚਨ ਪੰਜਾਬ ਦੇ ਐਗਜ਼ਾਮ ਲਈ। ਮਾਇਓਪੀਆ ਆਪਣੀ ਅੱਖ ਦਾ ਇੱਕ ਉਹ ਡਿਸੀਜ਼ ਹੁੰਦਾ ਹੈ ਜਿਹਦੇ ਕਰਕੇ ਆਪਾਂ ਡਿਸਟੈਂਸ ਓਬਜੈਕਟ, ਯਾਨੀ ਕਿ ਦੂਰ ਦੇ ਓਬਜੈਕਟ ਨੂੰ ਸਾਫ਼ ਨਹੀਂ ਦੇਖ ਸਕਦੇ, ਬਟ ਨੇੜੇ ਦੇ ਓਬਜੈਕਟਸ ਨੂੰ ਸਾਫ਼ ਦੇਖ ਸਕਦੇ ਹਾਂ। ਤਾਂ ਇਹਦਾ ਆਨਸਰ ਕੀ ਹੋ ਜਾਊਗਾ ਜੀ? ਇਨਐਬਿਲਿਟੀ ਟੂ ਸੀ ਡਿਸਟੈਂਸ ਓਬਜੈਕਟ ਕਲੀਅਰਲੀ। ਇਹ ਆਨਸਰ ਹੈ ਜੀ ਇਹਦਾ, ਇਹ ਆਪਸ਼ਨ। ਇਨਐਬਿਲਿਟੀ ਯਾਨੀ ਕਿ ਆਪਾਂ ਦੂਰ ਦੀ ਚੀਜ਼ਾਂ ਨੂੰ ਸਾਫ਼ ਨਹੀਂ ਦੇਖ ਸਕਦੇ, ਪਰ ਜਦੋਂ ਨੇੜੇ ਦੀ ਚੀਜ਼ਾਂ ਨੂੰ ਸਾਫ਼ ਦੇਖ ਲੈਂਦੇ ਹਾਂ, ਉਹ ਕਿਹੜਾ ਡਿਸੀਜ਼ ਹੁੰਦਾ? ਮਾਇਓਪੀਆ। ਤਾਂ ਮਾਇਓਪੀਆ 'ਚ ਆਪਾਂ ਨੇੜੇ ਸਾਫ਼ ਦੇਖ ਸਕਦੇ ਹਾਂ, ਦੂਰ ਸਾਫ਼ ਨਹੀਂ ਦੇਖ ਸਕਦੇ। ਠੀਕ ਹੈ, ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਆਪਾਂ ਯਾਦ ਰੱਖਣਾ। ਚਲਦੇ ਜੀ 8th ਕੁਐਸਚਨ 'ਤੇ, ਵਿਚ ਆਫ ਦਾ ਫੋਲੋਇੰਗ ਵਿਟਾਮਿਨਸ ਇਜ਼ ਅਵੇਲੇਬਲ ਇਨ ਲਾਰਜ ਕੁਆਂਟੀਟੀਜ਼ ਇਨ ਐਗ ਯੋਕਸ। ਅੰਡੇ ਦੀ ਜਿਹੜੀ ਜਰਦੀ ਹੁੰਦੀ ਹੈ ਵਿੱਚ ਯੈਲੋ ਜੀ, ਹੈ ਨਾ, ਉਹਦੇ ਵਿੱਚੋਂ ਆਪਾਂ ਨੂੰ ਕਿਹੜਾ ਵਿਟਾਮਿਨ ਸਭ ਤੋਂ ਜ਼ਿਆਦਾ ਮਿਲਦਾ ਜੀ? ਵਿਟਾਮਿਨ ਏ। ਵੈਰੀ ਇੰਪੋਰਟੈਂਟ, ਵਿਟਾਮਿਨ ਏ। ਅਤੇ ਵਿਟਾਮਿਨ 'ਤੇ ਕੁਐਸਚਨ ਆਪਾਂ ਪਤਾ ਹੀ ਹੈ ਜੀ, ਆਪਾਂ ਡਿਸਕਸ ਕੀਤਾ ਸੀ ਵਿਟਾਮਿਨਸ ਨੂੰ ਕਿੰਨੇ ਡਿਸਕਵਰ ਕੀਤਾ ਸੀ? FG ਹੌਪਕਿੰਸ। ਇਹ ਵੀ ਯਾਦ ਰੱਖਣਾ, FG ਹੌਪਕਿੰਸ। ਅਤੇ ਟੋਟਲ ਆਪਣੇ ਵਿਟਾਮਿਨ ਹੈ ਜੀ 6। ਅਤੇ ਵਿਟਾਮਿਨਸ ਦਾ ਨਾਮ ਕਿਹਨੇ ਰੱਖਿਆ ਸੀ? ਸੀ ਫੰਕ ਨੇ। ਅਤੇ ਵਿਟਾਮਿਨ ਏ ਦਾ ਕੈਮੀਕਲ ਨੇਮ ਵੀ ਆਪਾਂ ਯਾਦ ਰੱਖਣਾ, ਵਿਟਾਮਿਨ ਏ ਦਾ ਕੈਮੀਕਲ ਨੇਮ ਕੀ? ਰੈਟੀਨੋਲ। ਅਤੇ ਵਿਟਾਮਿਨ ਏ ਦੀ ਕਮੀ ਨਾਲ ਕਿਹੜਾ ਡਿਸੀਜ਼ ਹੋ ਜਾਂਦਾ ਜੀ? ਨਾਈਟ ਬਲਾਈਂਡਨੈਸ, ਅੰਧਰਾਤਾ। ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਸਾਰੇ। ਅਤੇ ਵਿਟਾਮਿਨ ਕੇ 'ਤੇ ਆਪਾਂ ਨੂੰ ਕੁਐਸਚਨ ਕੀ ਹੋਊਗਾ? ਵਿਟਾਮਿਨ ਕੇ ਹੈਲਪਸ ਇਨ ਕਲੋਟਿੰਗ ਆਫ ਬਲੱਡ, ਖੂਨ ਦਾ ਧੱਕਾ ਰੋਕਣ ਲਈ, ਕਲੋਟਿੰਗ ਆਫ ਬਲੱਡ। ਠੀਕ ਹੈ, ਬਲੱਡ ਕਲੋਟਿੰਗ ਨੂੰ ਰੋਕਣ ਲਈ ਯੂਜ਼ ਹੁੰਦਾ ਵਿਟਾਮਿਨ ਕੇ। ਵਿਟਾਮਿਨ B12 'ਤੇ ਕੁਐਸਚਨ ਕੀ ਆਊਗਾ? B12 ਦਾ ਆਪਾਂ ਨੂੰ ਨਾਮ ਪੁੱਛਿਆ ਜਾਊਗਾ। B12 ਦਾ ਨਾਮ ਹੈ ਜੀ ਸਾਇਨੋਕੋਬਾਲਾਮਾਈਨ। ਸਾਇਨੋਕੋਬਾਲਾਮਾਈਨ, ਵੈਰੀ ਇੰਪੋਰਟੈਂਟ, ਸਾਇਨੋਕੋਬਾਲਾਮਾਈਨ। ਕਿਉਂਕਿ ਇਹ ਦੇਖੋ, ਇਸ 'ਚੋਂ ਨਾ ਕਈ ਕੁਐਸਚਨ ਇਹ ਵੀ ਇੰਪੋਰਟੈਂਟ ਆਉਂਦਾ ਵੀ ਕਿਹੜਾ ਵਿਟਾਮਿਨ ਹੈ B ਕੰਪਲੈਕਸ ਦਾ ਜਿਹਦੇ ਵਿੱਚੋਂ ਆਪਾਂ ਨੂੰ ਕੋਬਾਲਟ ਮਿਲਦਾ। ਤਾਂ ਕੋਬਾਲਾ ਤੋਂ ਯਾਦ ਰੱਖਣਾ, ਇਸ 'ਚੋਂ ਆਪਾਂ ਨੂੰ ਕੋਬਾਲਟ ਮਿਲਦਾ। ਇਹ ਵੀ ਕੁਐਸਚਨ ਪੰਜਾਬ ਦੇ ਐਗਜ਼ਾਮ 'ਚ ਜਾਂ ਬਾਕੀ ਵੇਰੀਅਸ ਐਗਜ਼ਾਮਸ ਦੇ ਵਿੱਚ, ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਪੁੱਛਿਆ ਜਾਂਦਾ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਵਿਟਾਮਿਨ ਸੀ, ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਡਿਸੀਜ਼ ਹੋ ਜਾਂਦਾ? ਕਿਹੜੀ ਬਿਮਾਰੀ ਹੋ ਜਾਂਦੀ ਹੈ ਜੀ? ਸਕਰਵੀ। ਇਹ ਵੀ ਯਾਦ ਰੱਖਣਾ, ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਹੋ ਜਾਂਦਾ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ। 9th ਕੁਐਸਚਨ ਹੈ ਆਪਣਾ ਅੱਜ ਦਾ, ਐਕਸ-ਰੇਜ਼ ਵਰ ਡਿਸਕਵਰਡ ਬਾਏ। ਐਕਸ-ਰੇਜ਼, ਐਕਸ ਤਾਂ ਤੁਸੀਂ ਪੰਜਾਬ 'ਚ ਕਾਫੀ ਸੁਣਿਆ ਹੀ ਹੋਊਗਾ, ਉਵੇਂ ਐਕਸ-ਰੇਜ਼ ਵੀ ਹੈ। ਤਾਂ ਐਕਸ-ਰੇਜ਼ ਨੂੰ ਕਿੰਨੇ ਡਿਸਕਵਰ ਕੀਤਾ ਜੀ? ਰੋਇੰਟਜਨ, WK
रोएंटिजन। WK रोएंटिजन बहुत फेमस साइंटिस्ट सी जिन्होंने एक्सरेज ਨੂੰ डिस्कवर किया। एक्सरे वगैरह ਆਪਾਂ करानी है जी अपने इंटरनल बॉडी ਜਿਹੜੇ बोन्स ਦੇ ਵਿੱਚ ਕੋਈ फ्रैक्चरस आ जाते उन्होंने डिटेक्ट करने ਲਈ एक्सरेज ਨੂੰ यूज़ किया जाता है। काफ़ी इंपॉर्टेंट है। डी ऑप्शन भी आप याद रखांगे। लेवोजियर की सी जी? लेवोजियर ਨੂੰ बोलिया जाता है फादर ऑफ मॉडर्न कैमिस्ट्री। फादर ऑफ मॉडर्न कैमिस्ट्री जो आप कैमिस्ट्री पढ़ते हैं मॉडर्न कैमिस्ट्री के फादर किन्नू बोलिया जाता है? एंटोनिन लवोजियर ਨੂੰ। इंपॉर्टेंट क्वेश्चन सी जी। चलते अपने अगले क्वेश्चन ते। 10th क्वेश्चन है वट इज़ वॉशिंग सोडा। वॉशिंग सोडा का आप फॉर्मूला दसना है। वॉशिंग सोडा तो यदा 4th ऑप्शन आंसर है सोडियम कार्बोनेट। सोडियम यानी कि Na2, कार्बोनेट यानी कि CO3। बहुत ही ज़्यादा इंपॉर्टेंट क्वेश्चन है। सोडियम कार्बोनेट तो सोडियम बाई कार्बोनेट आप पढ़े ही सी जी NaHCO3। ये सोडियम बाई कार्बोनेट है यानी कि इनू बेकिंग सोडा भी बोलिया जाता है। बेकिंग सोडा या फिर बेकिंग पाउडर भी बोलिया जाता है सोडियम बाई कार्बोनेट में। आपां नूं की पूछा वॉशिंग सोडा फॉर्मूला हो चुका जी सोडियम कार्बोनेट यानी कि Na2CO3। चलते जी 11th क्वेश्चन ते। 11th क्वेश्चन की है? 11th क्वेश्चन है पार्टिकुलेट्स लैस दैन 1 माइक्रोमीटर साइज रिमेनिंग सस्पेंडिड इन द एयर इनडेफिनिटली एंड ट्रांसपोर्टेड बाय विंड। कहते वो छोटे छोटे पार्टिकल जो हवा दे विच लटकते रहते सस्पेंड होंदे रहते हैं तो एक जगह तो दूसरी जगह चले जाते हैं। इन्हों की बोलिया जाता है? एरोसोल्स। वेरी इंपॉर्टेंट सी ऑप्शन। देखो जो आप सुनते हैं फोग यानी कि धुंध है ना, मिस्ट हो गई, स्मोक हो गई, डस्ट हो गई, ये सारी एग्जाम्पल्स है एरोसोल दी। सिंपली तुसी फोग धुंध नूं याद रख सकते हो है ना, तुहानूं पता ही है काफ़ी छोटे छोटे पार्टिकल्स होंदे उहदे विच। चलते जी अपने 12th क्वेश्चन ते। वाई डज ए कैनन रिकॉयल आफ्टर फायरिंग। वेरी इंपॉर्टेंट क्वेश्चन। फायरिंग जो देखो बंदूक जो आप मोढे ते रख के फायरिंग करते तो की हुंदा है, गोली जो निकलती वो अगे नूं जाती पर अपना मोढा पिछे नूं चला जाता है। तो यह क्वेश्चन उही है जी कैनन रिकॉयल आफ्टर गन यानी कि कहते अपना मोढा पिछे नूं क्यों या फिर बंदूक पिछे नूं क्यों चली जाती है। बिकॉज ये पिछे जो प्रिंसीपल है वह प्रिंसीपल की है न्यूटन्स 3rd लॉ ऑफ मोशन। न्यूटन 3rd लॉ ऑफ मोशन की कहता है जैसा आपका कर्म वैसा ही आपको फल मिलेगा। यानी कि एक्शंस एंड रिएक्शंस आर इक्वल एंड ऑपोजिट। यानी कि जो तुहाडा एक्शन होगा वही तुहाडा रिएक्शन भी होगा। तो न्यूटन 3rd लॉ ऑफ मोशन काफ़ी इंपॉर्टेंट है जी। न्यूटन बारे तुसीं सुनिया ही होगा। न्यूटन ने एक बुक लिखी सी, ये भी बुक तुहानूं पुछ सकदे जी। बुक का नाम है प्रिंसीपिया जो कि 1687 दे विच पबलिश हुई सी। उहदे विच इन्हां ने अपने 3 लॉज बारे दस्सिया सी, न्यूटन्स 1st लॉ, न्यूटन 2nd लॉ एंड न्यूटन्स 3rd लॉ। काफ़ी इंपॉर्टेंट है ये क्वेश्चन, याद रखना है। जिमें कि इस क्वेश्चन होर भी बन सकते जो आप स्विमिंग करते हैं है ना, तो पानी नूं आपां की करते हैं पिछे नूं तकते हैं तो पानी आपां नूं अगे लै जाता। स्विमिंग दे विच भी आही कंसैप्ट यूज़ होंदा। दीवार ते आपां बॉल मारते, आपां बॉल दीवार ने मारी तो आपां दीवार ते मारी तो दीवार तो अपने वाल आ जाती। ये भी 3rd लॉ है जी। मतलब सिंपली जो भी अपना एक्शन होगा वह इक्वल एंड ऑपोजिट रिएक्शन होगा। चलते हैं जी 13th क्वेश्चन ते। वेरी इंपॉर्टेंट क्वेश्चन। एवरी हॉट ऑब्जैक्ट एमिट्स। कोई भी कहते गर्म ऑब्जैक्ट है वो किहड़ी रेज नूं एमिट करता है, किहड़ी रेज नूं छड्डदा है? आंसर है इंफ्रारेड रेज। पंजाब च क्वेश्चन या वेरियस एग्जाम के क्वेश्चन बहुत बार एग्जाम पूछा गया। तो ये भी क्वेश्चन जो अपने रिमोट कंट्रोल के जोड़े सिग्नल्स है, वेरी इंपॉर्टेंट। रिमोट कंट्रोल आप घर यूज़ करते हैं, रिमोट कंट्रोल के जोड़े सिग्नल्स है वो भी की होंगे इंफ्रारेड रेज ही होंगी। चलते जी अगले क्वेश्चन ते। 14th है विच ऑफ द फॉलोइंग सबसटांस इज़ मोस्ट कॉमनली यूज फॉर क्लाउड सीडिंग या फिर आर्टिफिशियल रेन्स। देखो जिन्ना एरियाज़ दे विच बारिश बहुत घट होंदी है उत्थे आर्टिफिशियल रेन की जाती है हैलीकॉप्टर्स की हैल्प नाल, प्लेन्स की हैल्प नाल। तां की हुंदा उस जगह पर ना एक कैमिकल छिड़किया जाता है। कैमिकल की है सिल्वर आयोडाइड जो कि क्लाउड्स बनाता है। तो क्लाउड्स के वाशपीकरण होंदा है, कंडेंसेशन होंदी है, बारिश बनना शुरू हो जाती है तो उस एरिया में बारिश हो जाती है। वेरी इंपॉर्टेंट क्वेश्चन है। इस फिनोमिना नूं क्लाउड सीडिंग बोलिया जाता है, आर्टिफिशियल रेन बोलिया जाता है। सिल्वर आयोडाइड नाम का जोड़ा कंपाउंड है वो यूज़ किया जाता है AgI, सिल्वर आयोडाइड। चलते जी अपने पार्ट 7 के लास्ट क्वेश्चन ते। क्वेश्चन की है ह्यूमन बींग्स हेयरिंग रेंज ह्यूमन बींग्स की एक हेयरिंग रेंज दसनी है, फ्रीकुएंसी दसनी है जो कि ऑडिबल रेंज है। 4th ऑप्शन इसका करैक्ट आंसर है 20 to लैके 20,000 हर्ट्स। यानी कि वो साउंड फ्रीकुएंसी जी 20 हर्ट्स तो लैके 20,000 हर्ट्स के विच है वो अपनी एक ऑडिबल साउंड है। तो आप इत्थों ये भी याद रख सकते हैं जी 20 हर्ट्स तो घट है, जी 20 हर्ट्स तो 20,000 के विच है, तो जी 20,000 तो
ज़्यादा। ਆਪਾਂ ਨੂੰ 3 क्वेश्चन बन सकते। तो पहला क्वेश्चन तो यही बन गया, देखो 20 तो लैके 20,000 ये तो अपना क्वेश्चन ही सी। इस रेंज ਨੂੰ ਕੀ ਬੋਲਿਆ ਜਾਂਦਾ ਹੈ? ਇਹਨੂੰ ਬੋਲਿਆ ਜਾਂਦਾ ऑडिबल रेंज। ऑडिबल यानी कि ਜਿਹਨੂੰ ਆਪਾਂ ਸੁਣ ਸਕਦੇ ਹਾਂ। ਜਿਹੜੀ 20 ਹਰਟਸ ਤੋਂ ਘੱਟ ਹੁੰਦੀ ਹੈ ਇਹਨੂੰ ਬੋਲਿਆ ਜਾਂਦਾ ਜੀ ਇੰਫਰਾਸੋਨਿਕ। ਇੰਫਰਾਸੋਨਿਕ। ਤੇ ਜਿਹੜੀ 20,000 ਹਰਟਸ ਤੋਂ ਜ਼ਿਆਦਾ ਹੁੰਦੀ ਹੈ ਇਹਨੂੰ ਬੋਲਿਆ ਜਾਂਦਾ ਹੈ ਅਲਟਰਾਸੋਨਿਕ। ਇਹ ਵੀ ਯਾਦ ਰੱਖਣਾ, ਅਲਟਰਾਸੋਨਿਕ ਫ੍ਰੀਕੁਐਂਸੀ। ਤਾਂ 3 ਤਰ੍ਹਾਂ ਦੀ ਫ੍ਰੀਕੁਐਂਸੀਜ਼ ਆਪਾਂ ਯਾਦ ਰੱਖਣੀ ਹੈ। ਲੈਸ ਦੈਨ 20 ਹਰਟਸ, 20 हर्ट्स टू 20,000 हर्ट्स, एंड थर्ड है 20,000 हर्ट्स तो ज़्यादा। तो इंपॉर्टेंट सी जी ये सी अपने अज के क्वेश्चन। तो पार्ट 7 तो सारे क्वेश्चनस नूं चंगी तरह तुसीं रिवाइज़ करना है, याद करना है। बहुत ही ज़्यादा इंपॉर्टेंट क्वेश्चनस है ये। तो अगले वीडियो दे विच आपां होर ज़्यादा इंपॉर्टेंट क्वेश्चनस नूं साइंस दे डिस्कस करांगे पार्ट 8 दे विच। ठीक है जी, थैंक यू।